ਹਰ ਕੋਈ ਕਹਿੰਦਾ ਸੀ ਕਿ ਅਨੁਰਾਗ ਤੈਨੂੰ ਬਹੁਤ ਖੁਸ਼ ਰੱਖੇਗਾ। ਉਹ ਚੰਗਾ ਕੰਮ ਕਰਨਾ ਜਾਣਦਾ ਹੈ। ਇਸ ਦਾ ਹੱਲ ਵੀ ਹੋ ਗਿਆ ਹੈ। ਉਸ ਦੇ ਬੋਲਾਂ ਤੋਂ ਲੱਗਦਾ ਸੀ ਕਿ ਉਹ ਤੁਹਾਡੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲਾ ਹੈ। ਫਿਰ ਇਹ ਵੀ ਦੇਖੋ, ਅਨੁਰਾਗ ਦੇ ਮਾਤਾ ਪਿਤਾ ਤੇਰਾ ਕਿੰਨਾ ਕਰਦੇ ਹਨ। ਜਦੋਂ ਵੀ ਘਰ ਵਿੱਚ ਆਉਂਦੇ ਹਨ ਤਾਂ ਤੈਨੂੰ ਆਪਣੇ ਕੋਲੋਂ ਉੱਠਣ ਵੀ ਨਹੀਂ ਦਿੰਦੇ। ਬਹੁਤ ਖੁਸ਼ਕਿਸਮਤ ਲੜਕੀਆਂ ਜੋ ਤੈਨੂੰ ਅਨੁਰਾਗ ਜਿਹਾ ਲੜਕਾ ਮਿਲ ਗਿਆ। ਮੈਂ ਇਹ ਸਾਰੀਆਂ ਗੱਲਾਂ ਸੁਣ ਕੇ ਖੁਸ਼ ਹੋ ਜਾਇਆ ਕਰਦੀ ਸੀ। ਮੈਂ ਅਨੁਰਾਗ ਦੀ ਫੋਟੋ ਦੇਖੀ ਸੀ ਅਤੇ ਦਿਲ ਅਤੇ ਜਾਨ ਤੋਂ ਉਸ 'ਤੇ ਫਿਦਾ ਹੋ ਗਈ ਸੀ। ਉਹ ਦੁਬਈ ਵਿੱਚ ਰਹਿੰਦਾ ਸੀ ਤੇ ਸੁਣਨ ਵਿੱਚ ਇਹ ਆਇਆ ਸੀ ਕਿ ਉਹ ਬਹੁਤ ਵਧੀਆ ਜੌਬ ਕਰਦਾ ਹੈ। ਮੇਰੇ ਪਾਪਾ ਰਿਸ਼ਤਾ ਕਰਨ ਲਈ ਰਾਜੀ ਹੋ ਗਏ ਤੇ ਮੈਂ ਵੀ ਹਾਮੀ ਭਰ ਦਿੱਤੀ। ਇਸ ਤਰ੍ਹਾਂ ਮੇਰਾ ਵਿਆਹ ਅਨੁਰਾਗ ਨਾਲ ਹੋ ਗਿਆ। ਅਸੀਂ ਇੱਕ ਹਫ਼ਤਾ ਭਾਰਤ ਵਿੱਚ ਰਹੇ। ਅਨੁਰਾਗ ਮੇਰਾ ਬਹੁਤ ਖਿਆਲ ਰੱਖਦਾ ਸੀ, ਮੇਰੀ ਖੂਬ ਆਓ-ਭਗਤ ਕਰਦਾ ਰਹਿੰਦਾ। ਫਿਰ ਅਨੁਰਾਗ ਵਾਪਸ ਦੁਬਈ ਚਲਿਆ ਗਿਆ। ਉਸ ਦੀ ਮਾਂ-ਬਾਪ ਤੇ ਛੋਟੀ ਭੈਣ ਪ੍ਰਿਯੰਕਾ ਮੇਰਾ ਖੂਬ ਜੀ ਲਵਾ ਦਿੰਦੇ ਸੀ। 2 ਹਫ਼ਤਿਆਂ ਬਾਅਦ ਮੇਰਾ ਵੀ ਵੀਜ਼ਾ ਆ ਗਿਆ। ਇਸ ਤਰ੍ਹਾਂ ਕਰਕੇ ਅਸੀਂ ਦੁਬਈ ਚਲੇ ਗਏ। ਅਨੁਰਾਗ ਸਾਨੂੰ ਏਅਰਪੋਰਟ 'ਤੇ ਲੈਣ ਆਇਆ ਸੀ। ਉਹ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ। ਅਨੁਰਾਗ ਨੇ ਮੈਨੂੰ ਦੱਸਿਆ ਕਿ ਉਸਨੇ ਕਿਵੇਂ ਗਿਣ-ਗਿਣ ਕੇ ਤੇਰੇ ਬਿਨਾਂ ਦਿਨ ਕੱਟੇ ਹਨ। ਉਸਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਦੇਵੇਗਾ। ਉਹ ਮੈਨੂੰ ਦੁਬਈ ਘੁਮਾਵੇਗਾ। ਅਸੀਂ ਦੋਨੋਂ ਪਤੀ ਪਤਨੀ ਇੱਕ ਦੂਜੇ ਦੇ ਨਾਲ ਬੜੇ ਖੁਸ਼ ਸੀ। ਮੈਂ ਘਰ ਦਾ ਕੰਮ ਕਰਨ ਲੱਗਦੀ ਤਾਂ ਮੇਰੀ ਸੱਸ ਤੇ ਨਨਦ ਮੇਰਾ ਹੱਥ ਫੜ ਲੈਂਦੀਆਂ ਤੇ ਕਹਿੰਦੀਆਂ, ਇਹ ਤੇਰੇ ਹੱਸਣ ਖੇਡਣ ਦੇ ਦਿਨ ਨੇ, ਹੁਣੇ ਹੀ ਤੇ ਆਪਣੇ ਆਪ ਤੇ ਜ਼ਿੰਮੇਵਾਰੀਆਂ ਨਾ ਪਾਓ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਅੰਦਰੋਂ ਅੰਦਰੀ ਖੁਸ਼ ਹੋਣ ਲੱਗ ਜਾਂਦੀ। ਸਾਰੇ ਠੀਕ ਹੀ ਤਾਂ ਕਹਿੰਦੇ ਸੀ ਕਿ ਮੈਂ ਬੜੀ ਖੁਸ਼ ਨਸੀਬ ਹਾਂ ਜੋ ਮੈਨੂੰ ਇੰਨੇ ਚੰਗੇ ਲੋਕ ਮਿਲੇ ਹਨ। ਮੈਂ 4 ਦਿਨਾਂ ਵਿੱਚ ਹੀ ਇਹ ਅੰਦਾਜ਼ਾ ਲਗਾ ਲਿਆ ਸੀ, ਮੇਰੀ ਸਾਰੀ ਜ਼ਿੰਦਗੀ ਬਹੁਤ ਵਧੀਆ ਲੰਘੇਗੀ ਕਿਉਂਕਿ ਮੇਰੇ ਸਹੁਰੇ ਘਰ ਵਿੱਚ ਦੁਨੀਆ ਦਾ ਹਰ ਐਸ਼ੋ ਆਰਾਮ ਮੌਜੂਦ ਸੀ। ਦੁਬਈ ਵਾਲੇ ਮਹਿੰਗੇ ਦੇਸ਼ ਵਿੱਚ ਵੀ ਇਹ ਲੋਕ ਜ਼ਿੰਦਗੀ ਦਾ ਹਰ ਸੁੱਖ ਮਾਣ ਰਹੇ ਸੀ। ਰਾਤ ਹੋਈ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਚੰਗੀ ਤਰ੍ਹਾਂ ਤਿਆਰ ਹੋ ਜਾ, ਆਪਾਂ ਦੋਨੋਂ ਡਿਨਰ ਤੇ ਜਾਵਾਂਗੇ। ਮੈਂ ਖੁਸ਼ੀ-ਖੁਸ਼ੀ ਤਿਆਰ ਹੋ ਗਈ। ਅਨੁਰਾਗ ਨੇ ਮੇਰੀ ਤਾਰੀਫ ਕਰਕੇ ਜ਼ਮੀਨ ਆਸਮਾਨ ਇੱਕ ਕਰ ਦਿੱਤਾ ਤੇ ਮੈਨੂੰ ਇਹ ਜ਼ਿੰਦਗੀ ਬੜੀ ਹੀ ਹੁਸੀਨ ਲੱਗ ਰਹੀ ਸੀ। ਪਰ ਮੈਨੂੰ ਕੀ ਪਤਾ ਸੀ ਕਿ ਇਹ ਸਭ ਤਾਂ ਫਰਜ਼ੀ ਹੈ, ਇਹ ਸਭ ਤਾਂ ਦਿਖਾਵਾ ਸੀ। ਇਹ ਸਭ ਸੁੱਖਾਂ ਤੋਂ ਬਾਅਦ ਅਜ਼ਮਾਇਸ਼ ਦੇ ਪਹਾੜ ਮੇਰੇ ਉੱਤੇ ਟੁੱਟ ਜਾਣਗੇ। ਮੈਂ ਤੇ ਅਨੁਰਾਗ ਡਿਨਰ ਤੇ ਗਏ। ਸਾਰੀ ਰਾਤ ਅਸੀਂ ਦੋਨੋਂ ਨੇ ਇੰਜੋਏ ਕੀਤਾ। ਸਵੇਰ ਦੇ ਟਾਈਮ ਮੇਰੀ ਅੱਖ ਲੱਗ ਗਈ ਤੇ ਦੁਪਹਿਰ ਦੇ 2 ਵਜੇ ਮੇਰੀ ਅੱਖ ਖੁੱਲੀ। ਫਰੈਸ਼ ਹੋ ਕੇ ਮੈਂ ਕਮਰੇ ਤੋਂ ਬਾਹਰ ਆਈ ਸੀ। ਮੇਰਾ ਪਤੀ ਤੇ ਸੱਸ ਦੇ ਵਿਹੜੇ ਵਿੱਚ ਬੈਠੇ ਹੋਏ ਸਨ। ਉਹਨਾਂ ਦੇ ਚਿਹਰੇ ਤੇ ਸਖਤੀ ਸੀ। ਮੈਂ ਕਿਹਾ, ਅਨੁਰਾਗ ਤੁਸੀਂ ਕਦੋਂ ਉੱਠੇ? ਉਹਨਾਂ ਨੇ ਮੇਰੇ ਵੱਲ ਘੂਰ ਕੇ ਦੇਖਿਆ ਤੇ ਉੱਠ ਕੇ ਮੇਰੇ ਕੋਲ ਆ ਗਏ। ਅਨੁਰਾਗ ਦੇ ਚਿਹਰੇ ਤੋਂ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਤੋਂ ਬਹੁਤ ਨਾਰਾਜ਼ ਸੀ। ਦੇਖਦੇ ਹੀ ਦੇਖਦੇ ਉਹਨਾਂ ਦੀ ਆਵਾਜ਼ ਸਖਤ ਹੋ ਗਈ ਤੇ ਅਨੁਰਾਗ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ। ਮੈਂ ਆਪਣਾ ਕਸੂਰ ਵੀ ਨਹੀਂ ਪੁੱਛ ਸਕੀ। ਅਨੁਰਾਗ ਕਹਿਣ ਲੱਗੇ, ਹੁਣੇ ਮੇਰੇ ਘਰੋਂ ਨਿਕਲ ਜਾ। ਮੈਂ ਸ਼ਿਕਾਇਤ ਦੀਆਂ ਨਜ਼ਰਾਂ ਨਾਲ ਆਪਣੀ ਸੱਸ ਵੱਲ ਦੇਖਿਆ। ਉਹ ਆਪਣੇ ਬੇਟੇ ਨੂੰ ਕੁਝ ਤਾਂ ਕਵੇ ਕਿ ਉਹ ਅਜਿਹਾ ਕਦਮ ਨਾ ਚੁੱਕੇ, ਪਰ ਉਸਨੇ ਤਾਂ ਮੇਰੇ ਕੋਲੋਂ ਨਜ਼ਰਾਂ ਚੁਰਾ ਲਈਆਂ। ਮੈਨੂੰ ਇਸ ਤਰ੍ਹਾਂ ਇਗਨੋਰ ਕੀਤਾ ਜਿਵੇਂ ਮੈਂ ਉਹਨਾਂ ਦੀ ਕੁਝ ਨਹੀਂ ਲੱਗਦੀ ਸੀ। ਮੈਂ ਬਿਲਕੁਲ ਡਰ ਗਈ। ਮੇਰਾ ਪੂਰਾ ਬਦਨ ਬੇਜਾਨ ਹੋ ਗਿਆ। ਉਦੋਂ ਹੀ ਅਨੁਰਾਗ ਨੇ ਮੇਰਾ ਹੱਥ ਫੜ ਕੇ ਆਪਣੇ ਘਰੋਂ ਧੱਕੇ ਦੇ ਕੇ ਮੈਨੂੰ ਕੱਢ ਦਿੱਤਾ। ਮੈਂ ਹੈਰਾਨੀ ਨਾਲ ਆਪਣੇ ਪਤੀ ਨੂੰ ਦੇਖ ਹੀ ਰਹੀ ਸੀ ਕਿ ਉਹਨਾਂ ਨੇ ਮੇਰੇ ਮੂੰਹ ਉੱਤੇ ਦਰਵਾਜ਼ਾ ਬੰਦ ਕਰ ਦਿੱਤਾ। ਮੇਰੇ ਸੁਪਨਿਆਂ ਦਾ ਸੰਸਾਰ ਤੇ ਮਹਿਲ ਇੱਕ ਝਟਕੇ ਵਿੱਚ ਹੀ ਟੁੱਟ ਕੇ ਡਿੱਗ ਪਿਆ ਸੀ। ਮੈਂ ਬੇਗਾਨੇ ਮੁਲਕ ਵਿੱਚ ਬੇਘਰ ਹੋ ਗਈ ਸੀ। ਮੇਰੇ ਕੋਲ ਕੋਈ ਟਿਕਾਣਾ ਵੀ ਨਹੀਂ ਸੀ ਜਿੱਥੇ ਮੈਂ ਜਾ ਸਕਦੀ ਸੀ। ਮੈਂ ਥਰ-ਥਰ ਕੰਬਣ ਲੱਗੀ। ਖੁਦ ਨੂੰ ਸੰਭਾਲਣ ਦੇ ਲਈ ਇਸ ਤਰ੍ਹਾਂ ਹੀ ਸੜਕ 'ਤੇ ਤੁਰ ਪਈ। ਕਾਫੀ ਦੂਰ ਜਾ ਕੇ ਮੈਂ ਇੱਕ ਬੈਂਚ 'ਤੇ ਬੈਠ ਕੇ ਉੱਚੀ-ਉੱਚੀ ਰੋਣ ਲੱਗ ਪਈ। ਉਦੋਂ ਹੀ ਮੈਨੂੰ ਕਿਸੇ ਆਦਮੀ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਕਿਹਾ, ਕੀ ਹੋਇਆ ਤੈਨੂੰ? ਉਹ ਆਦਮੀ ਮੇਰੇ ਨਾਲ ਇੰਗਲਿਸ਼ ਵਿੱਚ ਗੱਲ ਕਰ ਰਿਹਾ ਸੀ। ਮੈਂ ਸਿਰ ਚੱਕ ਕੇ ਉੱਪਰ ਦੇਖਿਆ ਤਾਂ ਮੇਰੇ ਸਾਹਮਣੇ ਇੱਕ ਅਰਬੀ ਆਦਮੀ ਖੜਾ ਸੀ ਜਿਸ ਦੇ ਚਿਹਰੇ ਤੇ ਪਰੇਸ਼ਾਨੀ ਸੀ। ਉਹ ਤਾਂ ਰੱਬ ਦੀ ਕਿਰਪਾ ਨਾਲ ਮੈਂ ਪੜ੍ਹੀ ਲਿਖੀ ਸੀ ਤੇ ਇੰਗਲਿਸ਼ ਵਿੱਚ ਗੱਲ ਕਰਨਾ ਜਾਣਦੀ ਸੀ। ਮੈਂ ਉਸਨੂੰ ਆਪਣੀ ਸਾਰੀ ਸਮੱਸਿਆ ਦੱਸ ਦਿੱਤੀ। ਉਸਨੇ ਕਿਹਾ ਕਿ ਤੂੰ ਦੁਬਈ ਵਿੱਚ ਕਿਸੇ ਨੂੰ ਜਾਣਦੀ ਆ ਜਾਂ ਰਹਿਣ ਲਈ ਤੇਰੇ ਕੋਲ ਕੋਈ ਟਿਕਾਣਾ ਹੈਗਾ ਹੈ? ਮੈਂ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ,
ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦੀ। ਮੈਂ ਤਾਂ ਇੱਥੇ 5 ਦਿਨ ਪਹਿਲਾਂ ਹੀ ਆਈ। ਪਤੀ ਨਾਲ ਚੰਗਾ ਟਾਈਮ ਗੁਜ਼ਾਰ ਰਹੀ ਸੀ, ਪਰ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ। ਉਹਨਾਂ ਨੇ ਬਾਹੋਂ ਫੜ ਕੇ ਮੈਨੂੰ ਘਰੋਂ ਕੱਢ ਦਿੱਤਾ। ਉਹ ਅਰਬੀ ਆਦਮੀ ਕਹਿਣ ਲੱਗਾ, ਅੱਛਾ, ਜੇ ਤੂੰ ਮੇਰੇ ਘਰੇ ਜਾਣਾ ਚਾਹੁੰਦੀ ਐ ਤਾਂ ਮੈਂ ਤੈਨੂੰ ਆਪਣੇ ਨਾਲ ਲੈ ਜਾਣਾ ਹਾਂ, ਪਰ ਘਰੇ ਮੇਰੀ ਇੱਕ ਬਿਮਾਰ ਮਾਂ ਹੈ। ਤੂੰ ਉਸ ਦੀ ਸੇਵਾ ਕਰੀ, ਮੈਂ ਤੈਨੂੰ ਚੰਗੀ ਤਨਖਾਹ ਵੀ ਦੇ ਦਿਆਵਾਂਗਾ। ਉਹਨਾਂ ਪੈਸਿਆਂ ਨਾਲ ਤੂੰ ਟਿਕਟ ਖਰੀਦ ਕੇ ਵਾਪਸ ਆਪਣੇ ਦੇਸ਼ ਵੀ ਜਾ ਸਕੇਂਗੀ। ਉਸ ਅਰਬੀ ਦੀ ਗੱਲ ਸੁਣ ਕੇ ਮੇਰੇ ਦਿਲ ਨੂੰ ਥੋੜੀ ਤਸੱਲੀ ਹੋ ਗਈ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਿਆਸੇ ਨੂੰ ਇੱਕ ਘੁੱਟ ਪਾਣੀ ਮਿਲ ਗਿਆ ਹੋਵੇ। ਮੈਂ ਉਸ ਆਦਮੀ ਨੂੰ ਕਿਹਾ ਕਿ ਮੈਨੂੰ ਮਨਜ਼ੂਰ ਆ। ਉਹ ਆਦਮੀ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਘਰ ਲੈ ਗਿਆ। ਘਰ ਬਹੁਤ ਹੀ ਵੱਡਾ ਸੀ। ਘਰ ਵਿੱਚ ਪਈ ਹੋਈ ਇੱਕ ਇੱਕ ਚੀਜ਼ ਤੋਂ ਪਤਾ ਲੱਗਦਾ ਸੀ ਕਿ ਉਹ ਬਹੁਤ ਹੀ ਅਮੀਰ ਆਦਮੀ ਹੈ। ਮੈਂ ਉਸ ਨੂੰ ਕਿਹਾ ਕਿ ਤੁਹਾਡੀ ਮਾਂ ਕਿੱਥੇ ਹੈ? ਉਸ ਦੇ ਚਿਹਰੇ ਤੇ ਬਹੁਤ ਹੀ ਉਦਾਸੀ ਤੇ ਦਰਦ ਸੀ। ਉਸ ਨੇ ਮੈਨੂੰ ਸੋਫੇ ਤੇ ਬੈਠਣ ਲਈ ਕਿਹਾ। ਦਰਅਸਲ ਮੇਰੀ ਮੰਮੀ 1 ਹਫ਼ਤੇ ਤੋਂ ਹਸਪਤਾਲ ਵਿੱਚ ਦਾਖਲ ਆ। ਕੱਲ ਉਸ ਨੂੰ ਛੁੱਟੀ ਮਿਲ ਜਾਵੇਗੀ ਤੇ ਘਰ ਵਾਪਸ ਆ ਜਾਵੇਗੀ। ਮੈਂ ਮੰਮੀ ਦੀ ਹਾਲਤ ਦੇ ਲਈ ਹਸਪਤਾਲ ਵਿੱਚੋਂ ਹੀ ਨਰਸ ਲੈਣ ਦਾ ਇਰਾਦਾ ਕੀਤਾ ਸੀ, ਪਰ ਨਰਸ ਰੱਖਣਾ ਇੰਨਾ ਆਸਾਨ ਨਹੀਂ ਹੈ। ਤੈਨੂੰ ਇਸ ਸਮੇਂ ਪੈਸੇ ਤੇ ਟਿਕਾਣੇ ਦੀ ਜ਼ਰੂਰਤ ਹੈ, ਇਸ ਲਈ ਤੈਨੂੰ ਮੈਂ ਲੈ ਆਇਆ ਹਾਂ। ਮੈਂ ਵੈਸੇ ਵੀ ਸੁਣ ਰੱਖਿਆ ਹੈ ਕਿ ਹਿੰਦੁਸਤਾਨੀ ਲੜਕੀਆਂ ਘਰ ਦੇ ਕੰਮਾਂ ਵਿੱਚ ਬਹੁਤ ਮਾਹਰ ਹੁੰਦੀਆਂ ਹਨ। ਉਹ ਅਰਬੀ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਚੁੱਕੀ ਹਾਂ। ਮੈਂ ਉਸ ਨੂੰ ਕਿਹਾ ਕਿ ਮੈਂ ਇਕੱਲੀ ਇਸ ਘਰ ਵਿੱਚ ਤੁਹਾਡੇ ਨਾਲ ਨਹੀਂ ਰਹਿ ਸਕਦੀ। ਉਹ ਅਰਬੀ ਕਹਿਣ ਲੱਗਾ ਕਿ ਮੈਂ ਇੱਥੇ ਨਹੀਂ ਰਵਾਂਗਾ। ਮੈਂ ਆਪਣੀ ਮਾਂ ਦੇ ਘਰ ਆਉਣ ਤੋਂ ਪਹਿਲਾਂ ਸਾਰਾ ਕੁਝ ਨਿਪਟਾਉਣਾ ਚਾਹੁੰਦਾ ਹਾਂ। ਅੱਜ ਮੈਂ ਸਾਰਾ ਦਿਨ ਬਿਜ਼ੀ ਰਹਾਂਗਾ ਤੇ ਘਰ ਦਾ ਚੱਕਰ ਨਹੀਂ ਲਗਾ ਸਕਦਾ। ਰਸੋਈ ਵਿੱਚ ਦੁਨੀਆ ਭਰ ਦਾ ਸਮਾਨ ਪਿਆ ਹੋਇਆ ਹੈ। ਜੇ ਕੁਝ ਚਾਹੀਦਾ ਹੈ ਤਾਂ ਪਕਾ ਕੇ ਖਾ ਲਈ। ਮੈਂ ਆਪਣਾ ਸਿਰ ਹਿਲਾ ਦਿੱਤਾ ਤੇ ਉਹ ਘਰੋਂ ਬਾਹਰ ਨਿਕਲ ਗਿਆ। ਮੈਨੂੰ ਇਸ ਗੱਲ ਦੀ ਪਰੇਸ਼ਾਨੀ ਸੀ ਕਿ ਇਸ ਅਜੀਬ ਆਦਮੀ ਦੇ ਘਰ ਰੁਕ ਕੇ ਠੀਕ ਕੀਤਾ ਜਾਂ ਗਲਤ, ਪਰ ਮੈਂ ਕਰਦੀ ਵੀ ਕੀ? ਮੇਰੀ ਮਜਬੂਰੀ ਸੀ। ਇਸ ਦੇ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ। ਮੈਂ ਦਿਲ ਹੀ ਦਿਲ ਵਿੱਚ ਰੱਬ ਅੱਗੇ ਪ੍ਰਾਰਥਨਾ ਕਰ ਰਹੀ ਸੀ ਕਿ ਹੇ ਪਰਮਾਤਮਾ, ਮੈਨੂੰ ਕਿਸੇ ਮੁਸੀਬਤ ਵਿੱਚ ਨਾ ਪਾਵੀਂ। ਮੇਰੇ ਤੇ ਆਪਣੀ ਕਿਰਪਾ ਬਣਾਈ ਰੱਖਿਓ। ਇਹ ਤਾਂ ਰੱਬ ਦੀ ਕਿਰਪਾ ਹੀ ਸੀ ਕਿ ਉਸ ਅਰਬੀ ਆਦਮੀ ਦੁਆਰਾ ਘਰ ਵਿੱਚ ਨਹੀਂ ਆਇਆ। ਅਗਲੀ ਸਵੇਰ ਹੀ ਉਹ ਘਰ ਆਇਆ। ਉਸ ਦੇ ਨਾਲ ਵੀਲ ਚੇਅਰ ਉੱਤੇ ਉਸ ਦੀ ਮਾਂ ਵੀ ਸੀ। ਉਸ ਅਰਬੀ ਦੀ ਮਾਂ ਨੇ ਮੈਨੂੰ ਦੇਖਦੇ ਹੀ ਆਪਣੇ ਚਿਹਰੇ ਉੱਤੇ ਕੱਪੜਾ ਪਾ ਲਿਆ। ਉਹ ਸ਼ਾਇਦ ਮੈਨੂੰ ਆਪਣਾ ਚਿਹਰਾ ਦਿਖਾਉਣਾ ਨਹੀਂ ਚਾਹੁੰਦੀ ਸੀ। ਉਸਨੇ ਮੇਰੇ ਤੋਂ ਪਰਦਾ ਕਿਉਂ ਕੀਤਾ ਸੀ, ਜਾਂ ਉਹ ਹਮੇਸ਼ਾ ਹੀ ਪਰਦੇ ਵਿੱਚ ਰਿਹਾ ਕਰਦੀ ਸੀ? ਇਸ ਗੱਲ ਨੇ ਮੈਨੂੰ ਥੋੜਾ ਪਰੇਸ਼ਾਨ ਕੀਤਾ ਸੀ। ਖੈਰ, ਮੈਂ ਖੁਦ ਨੂੰ ਤਸੱਲੀ ਦਿੱਤੀ ਤੇ ਉਹ ਬਿਮਾਰ ਇਸ ਕਰਕੇ ਉਸ ਨੇ ਇਸ ਤਰ੍ਹਾਂ ਕੀਤਾ ਹੋਵੇਗਾ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਅਰਬੀ ਨੇ ਮੈਨੂੰ ਝੂਠ ਨਹੀਂ ਬੋਲਿਆ ਸੀ। ਉਸ ਦੀ ਮਾਂ ਸੱਚਮੁੱਚ ਬਿਮਾਰ ਸੀ। ਅਰਬੀ ਨੇ ਮੇਰੇ ਨਾਲ ਕਿਸੇ ਕਿਸਮ ਦਾ ਕੋਈ ਧੋਖਾ ਨਹੀਂ ਕੀਤਾ ਸੀ। ਅਰਬੀ ਆਪਣੀ ਮੰਮੀ ਨੂੰ ਕਮਰੇ ਵਿੱਚ ਛੱਡ ਆਇਆ ਤੇ ਮੇਰੇ ਕੋਲ ਆ ਕੇ ਕਹਿਣ ਲੱਗਿਆ, ਮੈਨੂੰ ਮੇਰੀ ਮੰਮੀ ਨਾਲ ਬਹੁਤ ਪਿਆਰ ਹੈ। ਮੈਂ ਛੋਟਾ ਜਿਹਾ ਸੀ ਜਦੋਂ ਮੇਰੇ ਪਾਪਾ ਮੈਨੂੰ ਛੱਡ ਕੇ ਚਲੇ ਗਏ ਸੀ। ਉਦੋਂ ਤੋਂ ਮੰਮੀ ਨੇ ਮੈਨੂੰ ਬਾਪ ਦਾ ਪਿਆਰ ਵੀ ਦਿੱਤਾ। ਹੁਣ ਮੈਂ ਔਖੇ ਸਮੇਂ ਵਿੱਚ ਆਪਣੀ ਮੰਮੀ ਨੂੰ ਇਕੱਲਿਆਂ ਨਹੀਂ ਛੱਡ ਸਕਦਾ। ਤੂੰ ਇਹ ਨਾ ਸਮਝੀ ਕਿ ਮੈਂ ਆਪਣੀ ਮਾਂ ਦੀ ਸਾਰੀ ਜ਼ਿੰਮੇਵਾਰੀ ਤੇਰੇ ਉੱਤੇ ਪਾ ਦਿੱਤੀ। ਦਰਅਸਲ ਤੈਨੂੰ ਬਸ ਥੋੜੇ ਘੰਟੇ ਹੀ ਉਸ ਦਾ ਖਿਆਲ ਰੱਖਣਾ ਪਵੇਗਾ। ਤੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਉਸ ਦਾ ਖਿਆਲ ਰੱਖੇਂਗੀ। ਉਸ ਤੋਂ ਬਾਅਦ ਮੈਂ ਘਰ ਆ ਜਾਇਆ ਕਰਾਂਗਾ ਤੇ ਸਾਰੀਆਂ ਜ਼ਿੰਮੇਵਾਰੀਆਂ ਮੈਂ ਆਪ ਸਾਂਭ ਲਵਾਂਗਾ। ਮੈਂ ਉਸ ਅਰਬੀ ਦੀ ਗੱਲ ਸੁਣ ਕੇ ਖੁਸ਼ ਹੋ ਗਈ। ਮੈਂ ਅਰਬੀ ਦੀ ਮਾਂ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਮੈਨੂੰ ਉਸ ਕੰਮ ਵਿੱਚ ਬਿਲਕੁਲ ਵੀ ਤਕਲੀਫ ਮਹਿਸੂਸ ਨਹੀਂ ਹੁੰਦੀ ਸੀ, ਕਿਉਂਕਿ ਮੇਰੀ ਡਿਊਟੀ ਬਸ ਐਨੀ ਹੀ ਹੁੰਦੀ ਸੀ। ਖਾਣਾ ਲਿਜਾ ਕੇ ਬਸ ਕਮਰੇ ਵਿੱਚ ਰੱਖ ਦੇਣਾ ਹੁੰਦਾ ਸੀ, ਜਦ ਕਿ ਅਰਬੀ ਦੀ ਮਾਂ ਮੇਰੇ ਤੋਂ ਪਰਦਾ ਕਰਦੀ ਸੀ। ਇਸ ਲਈ ਮੇਰੇ ਹੱਥਾਂ ਨਾਲ ਖਾਣਾ ਵੀ ਨਹੀਂ ਖਾ ਸਕਦੀ। ਉਹ ਮੈਨੂੰ ਬਾਹਰ ਜਾਣ ਦਾ ਇਸ਼ਾਰਾ ਕਰ ਦਿੰਦੀ। ਅੱਧੇ ਘੰਟੇ ਬਾਅਦ ਮੈਂ ਦਰਵਾਜ਼ੇ ਨੂੰ ਖੜਕਾ ਕੇ ਉਸਦੇ ਭਾਂਡੇ ਚੁੱਕ ਲਿਆਇਆ ਕਰਦੀ ਸੀ। ਮੈਂ ਉਸ ਨੂੰ ਦਵਾਈਆਂ ਵੀ ਇਸੇ ਤਰ੍ਹਾਂ ਹੀ ਦਿੰਦੀ ਸੀ। ਮਾਲਕਿਨ ਦੀ ਜ਼ਿੰਮੇਵਾਰੀ ਤਾਂ ਮੇਰੇ ਉੱਤੇ ਜ਼ਿਆਦਾ ਨਹੀਂ ਸੀ। ਬਸ ਘਰ ਦੇ ਕੰਮਾਂ ਵਿੱਚ ਹੀ ਸਾਰਾ ਦਿਨ ਬਿਜੀ ਰਹਿੰਦਾ ਸੀ। ਘਰ ਦੀਆਂ ਸਫਾਈਆਂ ਤੇ ਝਾੜੂ ਪੋਚਾ, ਖਾਣਾ ਬਣਾਉਣਾ ਮੇਰੀ ਹੀ ਜ਼ਿੰਮੇਵਾਰੀ ਸੀ।
ਮੈਂ ਖੁਦ ਨੂੰ ਦਿਮਾਗੀ ਤੌਰ ਤੇ ਵੀ ਬਿਜੀ ਰੱਖਣ ਲੱਗ ਪਈ, ਪਰ ਮੈਨੂੰ ਮੇਰੇ ਆਪਣੇ ਘਰ ਦੀ ਬਹੁਤ ਯਾਦ ਆਉਂਦੀ। ਮੈਂ ਆਪਣੇ ਮਾਂ-ਬਾਪ ਨੂੰ ਬੜਾ ਯਾਦ ਕਰਦੀ ਤੇ ਸੋਚਦੀ ਕਿ ਕਾਸ਼ ਮੇਰੀ ਮਾਂ ਮੇਰੇ ਕੋਲ ਹੁੰਦੀ। ਮੈਂ ਉਸਦੀ ਗੋਦੀ ਵਿੱਚ ਸਿਰ ਰੱਖ ਕੇ ਰੋਂਦੀ ਤੇ ਦੱਸਦੀ, ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ। ਉਹ ਵੀ ਬਿਨਾਂ ਵਜ੍ਹਾ ਦੱਸੇ ਉਸਨੇ ਮੈਨੂੰ ਘਰੋਂ ਕੱਢ ਦਿੱਤਾ। ਮੇਰੇ ਤੇ ਤਰਸ ਵੀ ਨਹੀਂ ਖਾਦਾ। ਉਹ ਵੀ ਉਸ ਟਾਈਮ ਕੱਢਿਆ ਜਦੋਂ ਮੈਨੂੰ ਸਹਾਰੇ ਦੀ ਲੋੜ ਸੀ। ਭਲਾ ਹੋਵੇ ਇਸ ਇਨਸਾਨ ਦਾ ਜਿਸਨੇ ਮੈਨੂੰ ਸਹਾਰਾ ਦਿੱਤਾ। ਨਾ ਜਾਣੇ ਕਿਹੋ ਜਿਹੇ ਲੋਕਾਂ ਦੇ ਹੱਥ ਲੱਗ ਜਾਂਦੀ। ਕਦੋਂ ਮੇਰੀ ਜ਼ਿੰਦਗੀ ਵਿੱਚ ਇਹ ਦਿਨ ਆਊ ਜਦੋਂ ਮੈਂ ਆਪਣੇ ਮਾਂ-ਬਾਪ ਨੂੰ ਮਿਲੂੰ। ਉਦੋਂ ਤੱਕ ਤਾਂ ਮੈਨੂੰ ਇੰਤਜ਼ਾਰ ਦੀ ਕਠਿਨ ਦਿਨ ਲੰਘਾਉਣੇ ਹੀ ਪੈਣੇ ਸੀ। ਇੱਕ ਦਿਨ ਬੈਠੇ-ਬੈਠੇ ਮੈਨੂੰ ਬੜੀ ਹੀ ਉਹਨਾਂ ਦੀ ਯਾਦ ਆਈ। ਮੇਰੇ ਕੋਲ ਮੇਰੀ ਸਹੇਲੀ ਦਾ ਨੰਬਰ ਸੀ। ਘਰੇ ਕੋਈ ਹੈ ਕਿ ਨਹੀਂ, ਮੈਂ ਬਾਹਰ ਚੌਕੀਦਾਰ ਕੋਲ ਚਲੀ ਗਈ। ਮੈਂ ਉਸ ਤੋਂ ਉਸਦਾ ਮੋਬਾਈਲ ਮੰਗਿਆ ਤੇ ਕਿਹਾ ਮੈਂ ਆਪਣੇ ਘਰੇ ਫੋਨ ਕਰਨਾ ਹੈ, ਤਾਂ ਉਸਨੇ ਮੈਨੂੰ ਸਾਫ਼ ਮਨਾ ਕਰ ਦਿੱਤਾ। ਕਿਹਾ ਕਿ ਮੇਰੇ ਮੋਬਾਈਲ ਵਿੱਚ ਪੈਸੇ ਹੈ ਨਹੀਂ। ਫਿਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਕੋਈ ਪੀਸੀਓ ਦੱਸ ਦਿਓ, ਮੈਂ ਖੁਦ ਹੀ ਬਾਹਰ ਜਾ ਕੇ ਗੱਲ ਕਰ ਆਊਂਗੀ। ਮੇਰੀ ਗੱਲ ਸੁਣ ਕੇ ਉਹ ਅਰਬੀ ਹੱਸ ਪਿਆ ਤੇ ਬੋਲਿਆ, ਨਾਮੁਮਕਿਨ ਹੈ। ਇਸ ਮਾਲਕ ਨੇ ਬੜੀ ਸਖਤੀ ਨਾਲ ਮਨਾ ਕੀਤਾ ਹੈ ਕਿ ਮੈਂ ਤੁਹਾਨੂੰ ਘਰ ਵਿੱਚੋਂ ਜਾਣ ਨਾ ਦੇਵਾਂ। ਤੁਸੀਂ ਨਾ ਤਾਂ ਕਿਸੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਤੇ ਨਾ ਹੀ ਬਾਹਰ ਜਾ ਸਕਦੇ ਹੋ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਉਹ ਅਰਬੀ ਆਦਮੀ ਨੇ ਮੈਨੂੰ ਆਪਣੇ ਘਰ ਵਿੱਚ ਨਜ਼ਰਬੰਦ ਕਰ ਰੱਖਿਆ ਹੋਇਆ ਹੈ। ਮੈਂ ਤਾਂ ਇਹ ਸੋਚ ਕੇ ਵੀ ਥਰ-ਥਰ ਕੰਬਣ ਲੱਗੀ ਤੇ ਘਰ ਵਾਪਸ ਜਾਣਾ ਮੈਨੂੰ ਇੱਕ ਸੁਪਨਾ ਹੀ ਨਹੀਂ ਰਹਿ ਜਾਵੇਗਾ ਕਿ ਮੈਂ ਇੱਥੇ ਹੀ ਦੁਬਈ ਵਿੱਚ ਮਰ ਜਾਵਾਂਗੀ। ਹੁਣ ਮੈਨੂੰ ਉਸ ਅਰਬੀ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਸ਼ਾਮ ਨੂੰ ਜਦੋਂ ਅਰਬੀ ਆਇਆ ਤਾਂ ਮੈਂ ਬਹੁਤ ਗੁੱਸੇ ਵਿੱਚ ਕਿਹਾ ਕਿ ਮੈਂ ਤੁਹਾਡੀ ਨੌਕਰ ਹਾਂ, ਕਿਤੇ ਵੀ ਆਉਣ ਜਾਣ ਦਾ ਹੱਕ ਰੱਖਦੀ ਹਾਂ। ਫੋਨ ਤੇ ਆਪਣੇ ਘਰ ਵਾਲਿਆਂ ਨਾਲ ਗੱਲ ਕਰ ਸਕਦੀ ਹਾਂ। ਤੂੰ ਕੀ ਸੋਚਿਆ ਮੇਰੇ ਉੱਤੇ ਇਸ ਤਰ੍ਹਾਂ ਪਾਬੰਦੀ ਲਾਵੇਂਗਾ? ਮੈਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਉਹ ਤਾਂ ਅੱਜ ਭਲਾ ਹੋਵੇ ਉਸ ਚੌਕੀਦਾਰ ਦਾ ਜਿਸ ਨੇ ਮੈਨੂੰ ਦੱਸ ਦਿੱਤਾ। ਮੇਰੀ ਗੱਲ ਸੁਣ ਕੇ ਉਸ ਅਰਬੀ ਦੇ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ। ਉਸਨੇ ਕਿਹਾ, ਅਜਿਹਾ ਕੁਝ ਨਹੀਂ, ਤੂੰ ਮੈਨੂੰ ਗਲਤ ਸਮਝ ਰਹੀ ਹੈ। ਮੈਂ ਇਹ ਸਭ ਕੁਝ ਤੇਰੇ ਭਲੇ ਵਾਸਤੇ ਕੀਤਾ ਕਿਉਂਕਿ ਤੂੰ ਦੁਬਈ ਵਿੱਚ ਬਿਲਕੁਲ ਅਣਜਾਣ, ਤੈਨੂੰ ਨਹੀਂ ਪਤਾ ਕਿ ਇੱਥੇ ਕਿਹੋ ਜਿਹੇ ਇਨਸਾਨ ਭੇੜੀਏ ਦੀ ਸ਼ਕਲ ਵਿੱਚ ਘੁੰਮਦੇ ਰਹਿੰਦੇ ਹਨ। ਜੇ ਤੂੰ ਕਿਸੇ ਦੇ ਗਲਤ ਹੱਥਾਂ ਵਿੱਚ ਚਲੀ ਗਈ ਤਾਂ ਉਮਰ ਭਰ ਤੇਰਾ ਸੁਰਾਗ ਵੀ ਨਹੀਂ ਲੱਭਣਾ। ਮੈਂ ਨਹੀਂ ਚਾਹੁੰਦਾ ਕਿ ਇੱਕ ਪਰਦੇਸੀ ਮੇਰੇ ਵਤਨ ਵਿੱਚ ਇਹ ਸਭ ਕੁਝ ਬਰਦਾਸ਼ਤ ਕਰ ਸਕੇ। ਇਸ ਲਈ ਮੈਂ ਆਪਣੇ ਚੌਕੀਦਾਰ ਨੂੰ ਕਹਿ ਦਿੱਤਾ ਸੀ ਕਿ ਤੈਨੂੰ ਕਿਤੇ ਵੀ ਆਉਣ ਜਾਣ ਨਾ ਦੇਵੇ। ਰਹੀ ਗੱਲ ਫੋਨ ਤੇ ਗੱਲ ਕਰਨ ਦੀ, ਤੂੰ ਆਪਣੀ ਮਾਂ ਨਾਲ ਗੱਲ ਕਰਕੇ ਕੀ ਕਵੇਂਗੀ ਕਿ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ, ਮੇਰੇ ਕੋਲ ਟਿਕਟ ਲਈ ਪੈਸੇ ਨਹੀਂ। ਹੁਣ ਅਰਬੀ ਦੇ ਘਰ ਮੈਂ ਨੌਕਰੀ ਕਰ ਰਹੀ ਹਾਂ। ਮੈਂ ਆਪਣੀ ਮਾਂ ਦਾ ਦੁੱਖ ਸਮਝ ਸਕਦਾ ਹਾਂ ਤੇ ਕਿਸੇ ਹੋਰ ਦੀ ਮਾਂ ਦਾ ਕਿਉਂ ਨਹੀਂ। ਕਿ ਇਹ ਚੰਗਾ ਨਹੀਂ ਕਿ 1 ਮਹੀਨੇ ਦੀ ਤਨਖਾਹ ਲੈ ਕੇ ਵਾਪਸ ਚਲੀ ਜਾਵੇਂ ਆਪਣੇ ਦੇਸ਼ ਵਿੱਚ, ਉੱਥੇ ਜਾ ਕੇ ਆਪਣੇ ਬਾਰੇ ਸਭ ਕੁਝ ਦੱਸ ਦੇਵੀਂ। ਮੈਨੂੰ ਅਰਬੀ ਦੀਆਂ ਗੱਲਾਂ ਸਹੀ ਲੱਗੀਆਂ ਤੇ ਮੈਂ ਮੁਸਕਰਾ ਕੇ ਮਾਫੀ ਮੰਗੀ। ਮੈਂ ਕਿਹਾ, ਮੈਨੂੰ ਮਾਫ ਕਰ ਦਿਓ, ਮੈਂ ਤੁਹਾਨੂੰ ਸਮਝਣ ਵਿੱਚ ਬਹੁਤ ਵੱਡੀ ਗਲਤੀ ਕਰ ਬੈਠੀ। ਦਰਅਸਲ ਮੈਨੂੰ ਆਪਣੇ ਹੀ ਪਤੀ ਤੋਂ ਇਸ ਤਰ੍ਹਾਂ ਦਾ ਧੋਖਾ ਮਿਲਿਆ ਕਿ ਮੈਂ ਕਿਸੇ ਤੇ ਵੀ ਭਰੋਸਾ ਨਹੀਂ ਕਰ ਸਕਦੀ। ਅਰਬੀ ਉੱਥੋਂ ਬਿਨਾਂ ਕੁਝ ਕਹੇ ਚਲਾ ਗਿਆ ਤੇ ਮੈਂ ਕੰਮ ਕਰਨ ਵਿੱਚ ਲੱਗ ਪਈ। ਦਿਨ ਇਸ ਤਰ੍ਹਾਂ ਹੀ ਲੰਘ ਰਹੇ ਸੀ ਪਰ ਮੈਨੂੰ ਬੜਾ ਔਖਾ ਲੱਗਦਾ ਸੀ। ਮੈਨੂੰ ਸੀ ਕਿ ਅਰਬੀ ਦੀ ਮਾਂ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਮੇਰਾ ਦਿਨ ਭਰ ਉਹੀ ਰੁਟੀਨ ਸੀ। ਮੈਂ ਅਰਬੀ ਦੀ ਮਾਂ ਦੇ ਕਮਰੇ ਵਿੱਚ ਖਾਣਾ ਰੱਖ ਕੇ ਵਾਪਸ ਆ ਜਾਂਦੀ। ਅੱਜ ਜਦੋਂ ਮੈਂ ਬਰਤਨ ਚੱਕ ਕੇ ਵਾਪਸ ਆ ਰਹੀ ਸੀ ਤਾਂ ਮੈਨੂੰ ਟਰੇ ਵਿੱਚ ਇੱਕ ਕਾਗਜ਼ ਪਿਆ ਦਿਖਾਈ ਦਿੱਤਾ। ਮੈਂ ਉਹ ਕਾਗਜ਼ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਅਰਬੀ ਦੀ ਮਾਂ ਨੇ ਮੈਨੂੰ ਬਾਹਰ ਜਾਣ ਲਈ ਕਿਹਾ। ਮੈਂ ਉਹ ਬਰਤਨ ਲੈ ਕੇ ਰਸੋਈ ਵਿੱਚ ਆ ਗਈ ਤੇ ਉਹ ਕਾਗਜ਼ ਦੇ ਟੁਕੜੇ ਨੂੰ ਖੋਲ੍ਹ ਕੇ ਦੇਖਣ ਲੱਗੀ। ਇਹ ਦੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ ਕਿ ਉਸ ਕਾਗਜ਼ ਤੇ ਹਿੰਦੀ ਵਿੱਚ ਲਿਖਿਆ ਹੋਇਆ ਸੀ ਕਿ ਤੂੰ ਇੱਥੇ ਕੀ ਕਰ ਰਹੀ ਹੈ, ਜਿੰਨੀ ਜਲਦੀ ਹੋ ਸਕੇ ਮੇਰੇ ਘਰ ਵਿੱਚੋਂ ਨਿਕਲ ਜਾ। ਮੈਂ ਤਾਂ ਚੁੱਪ ਕਰਕੇ ਹੱਥ ਵਿੱਚ ਕਾਗਜ਼ ਫੜ ਕੇ ਖੜੀ ਦੀ ਖੜੀ ਰਹਿ ਗਈ ਸੀ ਕਿ ਅਰਬੀ ਦੀ ਮਾਂ ਹਿੰਦੁਸਤਾਨੀ ਸੀ। ਚਲੋ ਮੰਨ ਲਿਆ ਕਿ ਉਸ ਨੂੰ ਹਿੰਦੀ ਵੀ ਆਉਂਦੀ ਹੋਵੇਗੀ, ਪਰ ਫਿਰ ਉਹ ਮੇਰੇ ਤੋਂ ਇਸ ਤਰ੍ਹਾਂ ਨਫ਼ਰਤ ਕਿਉਂ ਕਰ ਰਹੀ ਸੀ? ਮੈਂ ਤਾਂ ਇੱਥੇ ਆ ਕੇ ਉਸ ਦਾ ਘਰ ਸੰਭਾਲ ਲਿਆ ਸੀ। ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਉਸ ਨੂੰ ਹਿੰਦੀ ਆਉਂਦੀ ਹੈ। ਮੈਂ ਉਸ ਨੂੰ ਪੁੱਛਣ ਲਈ ਦੁਬਾਰਾ ਉਸ ਦੇ ਕਮਰੇ ਵਿੱਚ ਚਲੀ ਗਈ। ਮੈਂ ਜਿਵੇਂ ਹੀ ਉਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਨ ਲੱਗੀ। ਉਸ ਨੇ ਮੈਨੂੰ ਜਾਣ ਦਾ ਇਸ਼ਾਰਾ ਕੀਤਾ ਤੇ ਮੈਂ ਇੱਕ ਵਾਰ ਫਿਰ ਤੋਂ ਕਮਰੇ ਵਿੱਚੋਂ ਬਾਹਰ ਆ ਗਈ।
ਨਾ ਜਾਣੇ ਕੀ ਗੱਲ ਸੀ, ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਸੀ। ਉਸ ਆਦਮੀ ਨੇ ਆਪਣੇ ਲਗਜ਼ਰੀ ਘਰ ਦੇ ਪਿੱਛੇ ਬਣੇ ਸਰਵੈਂਟ ਰੂਮ ਵਿੱਚ ਇੱਕ ਕਮਰਾ ਦਿੱਤਾ ਸੀ। ਸਵੇਰੇ ਤੇ ਸ਼ਾਮ 4 ਵਜੇ ਤੋਂ ਬਾਅਦ ਤਾਂ ਮੇਰਾ ਟਾਈਮ ਬਹੁਤ ਵਧੀਆ ਲੰਘ ਜਾਂਦਾ ਸੀ, ਪਰ ਦਿਨੇ ਤਾਂ ਮੈਂ ਇੱਕ ਮਿੰਟ ਵੀ ਗਿਣ ਕੇ ਲੰਘਾਉਂਦੀ। ਮੈਨੂੰ ਮੇਰੀ ਮਾਂ ਦੀ ਬਹੁਤ ਯਾਦ ਆਉਂਦੀ ਸੀ। ਪਤਾ ਨਹੀਂ ਮੇਰੀ ਮਾਂ ਨੇ ਮੇਰੇ ਸਹੁਰੇ ਘਰ ਵਾਲਿਆਂ ਨੂੰ ਕਿੰਨੇ ਵਾਰ ਫੋਨ ਕੀਤਾ ਹੋਵੇਗਾ। ਪਤਾ ਨਹੀਂ ਉਹਨਾਂ ਨੇ ਅੱਗੋਂ ਮੇਰੀ ਮਾਂ ਨੂੰ ਕੀ ਕਹਿ ਦਿੱਤਾ ਹੋਵੇਗਾ। ਉਹਨਾਂ ਨੂੰ ਕੀ ਦੱਸਿਆ ਹੋਵੇਗਾ ਕਿ ਦੀਪਾ ਕਿੱਥੇ ਚਲੀ ਗਈ। ਉਹ ਫੋਨ ਤੇ ਗੱਲ ਕਿਉਂ ਨਹੀਂ ਕਰਦੀ। ਇਹ ਸੋਚ ਹੀ ਰਹੀ ਸੀ ਕਿ ਮੇਰੇ ਕਮਰੇ ਵਿੱਚ ਕਿਸੇ ਦੇ ਆਉਣ ਦੀ ਆਹਟ ਹੋਈ। ਮੈਂ ਦਰਵਾਜ਼ਾ ਖੋਲ੍ਹ ਦਿੱਤਾ ਤਾਂ ਸਾਹਮਣੇ ਅਰਬੀ ਖੜਾ ਸੀ। ਕਹਿਣ ਲੱਗਾ, ਮੈਂ ਮਾਫੀ ਚਾਹੁੰਦਾ ਹਾਂ, ਤੈਨੂੰ ਡਿਸਟਰਬ ਕਰ ਦਿੱਤਾ। ਦਰਅਸਲ ਮੈਂ ਤੈਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ। ਉਹ ਆਦਮੀ ਨੇ ਸ਼ਬਨਮ ਕਹਿ ਕੇ ਕਿਸੇ ਨੂੰ ਆਵਾਜ਼ ਮਾਰੀ। ਉਦੋਂ ਹੀ ਮੇਰੇ ਸਾਹਮਣੇ ਇੱਕ ਪੱਕੀ ਉਮਰ ਦੀ ਅਰਬੀ ਔਰਤ ਆ ਗਈ। ਉਹ ਤਾਂ ਬਹੁਤ ਹੀ ਖੂਬਸੂਰਤ ਸੀ। ਅਰਬੀ ਆਦਮੀ ਕਹਿਣ ਲੱਗਾ ਕਿ ਮੈਂ ਮੰਮੀ ਦੀ ਦੇਖਭਾਲ ਲਈ ਇਸ ਨੂੰ ਕੰਮ ਤੇ ਰੱਖ ਲਿਆ ਹੈ। ਤੂੰ ਬਸ ਮੇਰੇ ਘਰ ਨੂੰ ਦੇਖੇਂਗੀ, ਸਫਾਈ ਤੇਰੀ ਜ਼ਿੰਮੇਵਾਰੀ ਹੈ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਹੁਣ ਅਰਬੀ ਆਦਮੀ ਕਹਿਣ ਲੱਗਿਆ, ਤੇਰੀ ਡਿਊਟੀ ਦਾ ਟਾਈਮ ਵੀ ਜ਼ਿਆਦਾ ਹੋ ਜਾਵੇਗਾ। ਹੋ ਸਕਦਾ ਹੈ ਤੈਨੂੰ ਰਾਤ ਦੇ ਸਮੇਂ ਵੀ ਮੇਰੀ ਮਾਂ ਨਾਲ ਸੌਣਾ ਪਵੇ। ਮੈਂ ਇਸ ਤੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਅਰਬੀ ਇਹ ਕਹਿ ਕੇ ਚਲਾ ਗਿਆ। ਅਗਲੇ ਦਿਨ ਮੈਂ ਕੰਮ ਤੇ ਗਈ। ਸ਼ਬਨਮ ਨੇ ਮੈਨੂੰ ਮਾਲਕਿਨ ਦੇ ਕਮਰੇ ਵਿੱਚ ਵੀ ਜਾਣ ਨਹੀਂ ਦਿੱਤਾ। ਮੈਂ ਉਸ ਨੂੰ ਇਸ਼ਾਰਾ ਨਾਲ ਸਮਝਾਇਆ ਕਿ ਮੈਂ ਤਾਂ ਮਾਲਕਿਨ ਦੀ ਤਬੀਅਤ ਦੇ ਬਾਰੇ ਪੁੱਛਣਾ ਚਾਹੁੰਦੀ ਹਾਂ। ਸ਼ਬਨਮ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ। ਕਹਿਣ ਲੱਗੀ, ਉਸ ਦੀ ਜ਼ਰੂਰਤ ਨਹੀਂ, ਉਹ ਬਿਲਕੁਲ ਠੀਕ ਹੈ। ਰਾਤ ਦੇ ਟਾਈਮ ਜਦੋਂ ਸੌਣ ਦਾ ਟਾਈਮ ਹੋ ਗਿਆ ਤਾਂ ਸ਼ਬਨਮ ਨੇ ਮੈਨੂੰ ਮਾਲਕਿਨ ਦੇ ਕਮਰੇ ਵਿੱਚ ਜਾਣ ਲਈ ਕਹਿ ਦਿੱਤਾ। ਉੱਥੇ ਫਰਸ਼ ਉੱਤੇ 2 ਬਿਸਤਰ ਲੱਗੇ ਹੋਏ ਸੀ, ਜਦ ਕਿ ਮਾਲਕਨ ਆਪਣੇ ਜਹਾਜ਼ੀ ਸਾਈਜ਼ ਦੇ ਬੈੱਡ ਉੱਤੇ ਲੇਟੀ ਹੋਈ ਸੀ। ਸ਼ਬਨਮ ਨੇ ਮੈਨੂੰ ਸਮਝਾਇਆ ਕਿ ਆਪਾਂ ਦੋਨੋਂ ਮਾਲਕਿਨ ਦੇ ਨਾਲ ਸੋਇਆ ਕਰਾਂਗੀਆਂ। ਰਾਤ ਦੇ ਟਾਈਮ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ। ਮੇਰੇ ਇਕੱਲੀ ਤੋਂ ਉਹਨਾਂ ਨੂੰ ਸੰਭਾਲਿਆ ਨਹੀਂ ਜਾਂਦਾ। ਦਿਲ ਵਿੱਚ ਰੱਬ ਦਾ ਸ਼ੁਕਰ ਮਨਾਇਆ ਕਿ ਸਰਵਿਟ ਰੂਮ ਵਿੱਚੋਂ ਮੇਰੀ ਜਾਨ ਛੁੱਟ ਗਈ, ਕਿਉਂਕਿ ਮੈਨੂੰ ਉੱਥੇ ਇਕੱਲਾਪਨ ਬਹੁਤ ਸਤਾਉਂਦਾ ਸੀ। ਖੈਰ ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉੱਠੀ ਤਾਂ ਸ਼ਬਨਮ ਕਹਿਣ ਲੱਗੀ, ਜਾ ਕੇ ਨਹਾ ਲੈ। ਮੈਂ ਬਹੁਤ ਹੈਰਾਨ ਹੋਈ ਤੇ ਵਜ੍ਹਾ ਪੁੱਛੀ। ਉਹ ਕਹਿਣ ਲੱਗੀ, ਹਾਂ ਆਪਾਂ ਮਾਲਕਿਨ ਦੇ ਕਮਰੇ ਵਿੱਚ ਸੁੱਤੀਆਂ ਸੀ ਨਾ ਜਾਣੇ ਕਿੰਨੇ ਕੀਟਾਣੂ ਹੋਣਗੇ, ਇਸ ਲਈ ਜ਼ਰੂਰੀ ਹੈ ਆਪਾਂ ਦੋਵੇਂ ਨਹਾ ਲਈਏ। ਮੈਂ ਸ਼ਬਨਮ ਦੀ ਗੱਲ ਸੁਣ ਕੇ ਨਹਾਉਣ ਚਲੀ ਗਈ ਅਤੇ ਫਿਰ ਘਰ ਦੇ ਕੰਮਾਂ ਵਿੱਚ ਬਿਜ਼ੀ ਹੋ ਗਈ। ਪਰ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਸ਼ਬਨਮ ਤਾਂ ਸਾਰਾ ਦਿਨ ਮਾਲਕਿਨ ਦੇ ਕਮਰੇ ਵਿੱਚ ਰਹਿੰਦੀ ਹੈ। ਉਹ ਤਾਂ ਮੈਨੂੰ ਮਿਲਣ ਵੀ ਨਹੀਂ ਸੀ ਦਿੰਦੀ। ਮੈਂ ਤਾਂ ਮਾਲਕਿਨ ਨੂੰ ਇਹੀ ਪੁੱਛਣਾ ਚਾਹੁੰਦੀ ਸੀ ਕਿ ਉਹਨਾਂ ਨੂੰ ਹਿੰਦੀ ਕਿਵੇਂ ਆਉਂਦੀ ਹੈ। ਉਹ ਮੈਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ। ਆਖਿਰ ਉਹ ਮੈਨੂੰ ਘਰੋਂ ਕਿਉਂ ਕੱਢਣਾ ਚਾਹੁੰਦੇ ਹਨ। ਹੁਣ ਤੱਕ ਇਹ ਰਾਜ ਹੀ ਸੀ। ਮੈਨੂੰ ਲੱਗਦਾ ਸੀ ਕਿ ਮੇਰਾ ਮਹੀਨਾ ਇਸ ਤਰ੍ਹਾਂ ਹੀ ਖਤਮ ਹੋ ਜਾਵੇਗਾ ਤੇ ਮੈਂ ਅਰਬੀ ਮਾਲਕ ਤੋਂ ਪੈਸੇ ਲੈ ਕੇ ਆਪਣੇ ਦੇਸ਼ ਵਾਪਸ ਚਲੀ ਜਾਵਾਂਗੀ। ਪਰ ਨਾਕਾਮ-ਪੋਸ਼ ਮਾਲਕ ਦਾ ਰਾਜ ਮੈਂ ਪਤਾ ਹੀ ਨਹੀਂ ਕਰ ਪਾਵਾਂਗੀ। ਜਿਵੇਂ ਦਿਨ ਬੀਤ ਰਹੇ ਸੀ, ਮੇਰਾ ਸ਼ੱਕ ਵੀ ਵਧਦਾ ਜਾ ਰਿਹਾ ਸੀ। ਫਿਰ ਇੱਕ ਰਾਤ ਮੈਂ ਆਪਣੇ ਸ਼ੱਕ ਦੇ ਹੱਥੋਂ ਇਸ ਤਰ੍ਹਾਂ ਮਜਬੂਰ ਹੋ ਗਈ ਕਿ ਮੇਰੀ ਅੱਖਾਂ ਦੀ ਨੀਂਦ ਵੀ ਉੱਡ ਗਈ। ਮੈਂ ਇੱਧਰ ਉੱਧਰ ਪਾਸੇ ਮਾਰ ਰਹੀ ਸੀ, ਪਰ ਨੀਂਦ ਦੇ ਦੇਵਤੇ ਮੇਰੇ ਤੇ ਮਿਹਰਬਾਨ ਨਹੀਂ ਹੋ ਰਹੇ ਸੀ। ਮੈਂ ਉਸ ਵੱਲ ਦੇਖਿਆ ਤਾਂ ਉਹ ਮਜ਼ੇ ਨਾਲ ਘਰਾੜੇ ਮਾਰ ਰਹੀ ਸੀ। ਮੈਂ ਇੱਕਦਮ ਨਾਲ ਉੱਠ ਕੇ ਬੈਠ ਗਈ ਅਤੇ ਸੋਚਿਆ ਕਿ ਮਾਲਕਿਨ ਦਾ ਚਿਹਰਾ ਹੀ ਦੇਖ ਲੈਂਦੀ ਹਾਂ। ਮੈਂ ਦੱਬੇ ਪੈਰਾਂ ਨਾਲ ਮਾਲਕੀ ਦੇ ਸਰਹਾਣੇ ਜਾ ਕੇ ਖੜੀ ਹੋ ਗਈ। ਮੈਂ ਉਸਦੇ ਚਿਹਰੇ ਤੋਂ ਕੱਪੜਾ ਹਟਾ ਦਿੱਤਾ ਤਾਂ ਦੇਖਿਆ ਕਿ ਇਹ ਮੇਰੇ ਲਈ ਕੋਈ ਅਜਨਬੀ ਚਿਹਰਾ ਨਹੀਂ ਸੀ। ਮੈਂ ਤਾਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ। ਮਾਲਕਿਨ ਵੀ ਨੀਂਦ ਵਿੱਚੋਂ ਜਾਗ ਚੁੱਕੀ ਸੀ। ਕਮਰੇ ਵਿੱਚ ਹਲਕੀ ਮੱਧਮ ਜਿਹੀ ਰੌਸ਼ਨੀ ਜਗ ਰਹੀ ਸੀ। ਸਾਡੀਆਂ ਦੋਨਾਂ ਦੀਆਂ ਨਜ਼ਰਾਂ ਮਿਲੀਆਂ। ਮੈਂ ਸਵਾਲ ਕਰਨਾ ਚਾਹੁੰਦੀ ਸੀ, ਪਰ ਮਾਲਕਿਨ ਨੇ ਮੈਨੂੰ ਰੋਕ ਦਿੱਤਾ ਤੇ ਜਾਣ ਦਾ ਇਸ਼ਾਰਾ ਕੀਤਾ। ਮੈਂ ਆ ਕੇ ਆਪਣੇ ਬਿਸਤਰ ਤੇ ਲੇਟ ਗਈ। ਹੁਣ ਮਾਮਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਉਲਝ ਗਿਆ ਸੀ, ਕਿਉਂਕਿ ਇਹ ਤਾਂ ਮੇਰੀ ਨਣਦ ਪ੍ਰਿਯੰਕਾ ਸੀ। ਭਲਾ ਅਰਬੀ ਦੇ ਘਰ ਵਿੱਚ ਉਹ ਕੀ ਕਰਦੀ ਸੀ? ਉਹ ਤਾਂ ਹਾਲੇ ਕੁਆਰੀ ਸੀ। ਇੰਨੇ ਦਿਨਾਂ ਤੋਂ ਉਹ ਘਰ ਤੋਂ ਗਾਇਬ ਸੀ। ਕੀ ਉਸ ਦੇ ਘਰ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ? ਇਹ ਵੀ ਗੱਲ ਸੀ ਕਿ ਉਸ ਅਰਬੀ ਮਾਲਕ ਨੇ ਮੈਨੂੰ ਝੂਠ ਕਿਉਂ ਬੋਲਿਆ ਸੀ। ਉਸਨੇ ਇਹ ਕਿਉਂ ਕਿਹਾ ਕਿ ਮੇਰੀ ਮਾਂ ਹੈ? ਯਕੀਨਨ ਕੁਝ ਤਾਂ ਗੜਬੜ ਜ਼ਰੂਰ ਸੀ। ਹੁਣ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੋ ਚੁੱਕਿਆ ਸੀ ਕਿ ਮੇਰੀ ਨਣਦ ਕਿਸੇ ਪਰੇਸ਼ਾਨੀ ਵਿੱਚ ਹੈ, ਉਸ ਨੂੰ ਖਤਰਾ ਹੈ। ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਮੈਨੂੰ ਉਸ ਆਦਮੀ ਦੀ ਭੈਣ ਦੀ ਫਿਕਰ ਕਰਨ ਦੀ ਜ਼ਰੂਰਤ ਸੀ ਜਾਂ ਨਹੀਂ, ਜਿਸ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਕੇ ਰਹਿ ਗਈ ਸੀ।
ਜਿਸਨੇ ਮੈਨੂੰ ਘਰੋਂ ਕੱਢਣ ਲੱਗਿਆਂ 1 ਮਿੰਟ ਵੀ ਨਹੀਂ ਲਾਇਆ ਸੀ। ਦਿਲ ਤਾਂ ਚਾਹੁੰਦਾ ਸੀ ਕਿ ਮੈਂ ਆਪਣੀ ਜਾਨ ਬਚਾ ਕੇ ਭੱਜ ਜਾਂਦੀ, ਪਰ ਇਹ ਇਨਸਾਨੀਅਤ ਦਾ ਸਭ ਤੋਂ ਗੰਦਾ ਵਰਤੀਰਾ ਸੀ। ਮੇਰੇ ਨਾਲ ਗਲਤ ਤਾਂ ਮੇਰੇ ਪਤੀ ਨੇ ਕੀਤਾ, ਉਸ ਦੀ ਸਜ਼ਾ ਭਲਾ ਮੈਂ ਆਪਣੀ ਨਣਦ ਨੂੰ ਕਿਵੇਂ ਦੇ ਸਕਦੀ ਸੀ। ਮੈਂ ਸੋਚਿਆ ਕਿ ਉਸ ਨੂੰ ਖਤ ਦੇ ਜ਼ਰੀਏ ਹੀ ਪੁੱਛਾਂ ਕਿ ਉਹ ਇੱਥੇ ਕੀ ਕਰ ਰਹੀ ਹੈ। ਮੈਂ ਸਰਵੈਂਟ ਰੂਮ ਵਿੱਚ ਜਾ ਕੇ ਉਸ ਦੇ ਲਈ ਖਤ ਲਿਖਿਆ। ਉਸ ਵਿੱਚ ਲਿਖਿਆ ਕਿ ਤੈਨੂੰ ਮੇਰੀ ਮਦਦ ਦੀ ਜ਼ਰੂਰਤ ਹੈ ਜਾਂ ਨਹੀਂ। ਹੁਣ ਇਹ ਖਤ ਬਹਾਨੇ ਨਾਲ ਲੈ ਕੇ ਮੈਂ ਉਸ ਦੇ ਕਮਰੇ ਵਿੱਚ ਚਲੀ ਗਈ। ਸ਼ਾਮ ਨੂੰ ਮੈਂ ਬਹਾਨਾ ਬਣਾ ਕੇ ਸ਼ਬਨਮ ਨੂੰ ਕਿਹਾ ਕਿ ਮੈਂ ਮਾਲਕਿਨ ਦੇ ਕਮਰੇ ਵਿੱਚੋਂ ਬਰਤਨ ਚੱਕ ਲਿਆਵਾਂ। ਪ੍ਰਿਯੰਕਾ ਨੇ ਜਦੋਂ ਮੈਨੂੰ ਦੇਖਿਆ ਤਾਂ ਇੱਕ ਕਾਗਜ਼ ਬਰਤਨ ਦੀ ਟਰੇ ਵਿੱਚ ਰੱਖ ਦਿੱਤਾ। ਬਰਤਨ ਮੈਂ ਕਿਚਨ ਵਿੱਚ ਰੱਖ ਦਿੱਤੇ ਤੇ ਖੁਦ ਬਾਥਰੂਮ ਵਿੱਚ ਜਾ ਕੇ ਪ੍ਰਿਯੰਕਾ ਦਾ ਖਤ ਪੜ੍ਹਿਆ। ਉਸ ਖਤ ਵਿੱਚ ਲਿਖਿਆ ਸੀ ਕਿ ਮੈਨੂੰ ਮਦਦ ਦੀ ਜ਼ਰੂਰਤ ਹੈ। ਭਾਬੀ, ਤੈਨੂੰ ਹਰ ਹਾਲ ਵਿੱਚ ਪੁਲਿਸ ਨੂੰ ਦੱਸਣਾ ਹੋਵੇਗਾ ਕਿ ਅਸੀਂ ਮੁਸੀਬਤ ਵਿੱਚ ਹਾਂ। ਹੇਠਾਂ ਪ੍ਰਿਯੰਕਾ ਨੇ ਦੁਬਈ ਦੀ ਪੁਲਿਸ ਦਾ ਨੰਬਰ ਲਿਖਿਆ ਹੋਇਆ ਸੀ। ਮੈਂ ਹੁਣ ਇਹ ਕਿਹੜੇ ਚੱਕਰਾਂ ਵਿੱਚ ਪੈ ਗਈ, ਕਿਉਂਕਿ ਮੇਰੇ ਕੋਲ ਤਾਂ ਕੋਈ ਫੋਨ ਹੀ ਨਹੀਂ। ਕਿਸ ਤਰ੍ਹਾਂ ਮੈਂ ਪੁਲਿਸ ਨੂੰ ਫੋਨ ਕਰਾਂਗੀ। ਇਸ ਤਰ੍ਹਾਂ ਕਰਦੇ ਕਰਾਉਂਦੇ 2-3 ਦਿਨ ਲੰਘ ਗਏ। ਇੱਕ ਦਿਨ ਕਿਚਨ ਵਿੱਚ ਸ਼ਬਨਮ ਦਾ ਮੋਬਾਈਲ ਰੱਖਿਆ ਹੋਇਆ ਸੀ। ਮੇਰੀ ਨਿਗਾਹ ਪੈ ਗਈ। ਮੈਂ ਖੁਸ਼ੀ ਨਾਲ ਪਾਗਲ ਹੋ ਗਈ, ਕਿਉਂਕਿ ਅਰਬੀ ਨੇ ਜੋ ਔਰਤ ਮੇਰੀ ਨਿਗਰਾਨੀ ਨਹੀਂ ਰੱਖੀ ਸੀ, ਉਹ ਅਣਜਾਣੇ ਉਹੀ ਮੇਰੇ ਕੰਮ ਆ ਰਹੀ ਸੀ। ਜਿਵੇਂ ਹੀ ਸ਼ਬਨਮ ਕਿਚਨ ਵਿੱਚੋਂ ਪਾਸੇ ਹੋਈ ਤਾਂ ਮੈਂ ਉਸ ਦਾ ਮੋਬਾਈਲ ਚੁੱਕ ਕੇ ਬਾਥਰੂਮ ਵਿੱਚ ਜਾ ਕੇ ਪੁਲਿਸ ਨੂੰ ਸਾਰੀ ਸਮੱਸਿਆ ਬਾਰੇ ਦੱਸ ਦਿੱਤਾ। ਪੁਲਿਸ ਨੇ ਮੈਨੂੰ ਕਿਹਾ ਕਿ ਅਸੀਂ ਬਸ 15-10 ਮਿੰਟਾਂ ਵਿੱਚ ਇੱਥੇ ਪਹੁੰਚਣ ਵਾਲੇ ਹਾਂ। ਥੋੜੀ ਦੇਰ ਬਾਅਦ ਅਰਬੀ ਵੀ ਘਰ ਆ ਗਿਆ ਤੇ ਮੈਂ ਭੱਜਦੀ ਹੋਈ ਅਰਬੀ ਕੋਲ ਗਈ। ਉਸ ਨੂੰ ਕਿਹਾ ਕਿ ਆਪਣੇ ਗੈਸਟ ਰੂਮ ਵਿੱਚ ਸੱਪ ਆ ਗਿਆ ਹੈ। ਅਰਬੀ ਬਹੁਤ ਘਬਰਾ ਗਿਆ ਤੇ ਜਲਦੀ ਨਾਲ ਗੈਸਟ ਰੂਮ ਵਿੱਚ ਚਲਾ ਗਿਆ। ਉਸ ਦੇ ਪਿੱਛੇ ਭੱਜਦੀ ਹੋਈ ਸ਼ਬਨਮ ਵੀ ਆ ਗਈ। ਜਿਵੇਂ ਹੀ ਉਹ ਦੋਵੇਂ ਕਮਰੇ ਵਿੱਚ ਗਏ ਤਾਂ ਮੈਂ ਭੱਜ ਕੇ ਗੇਟ ਨੂੰ ਲੌਕ ਕਰ ਦਿੱਤਾ। ਅਜਿਹਾ ਕਰਨ ਲਈ ਮੈਨੂੰ ਪੁਲਿਸ ਨੇ ਕਿਹਾ ਸੀ ਤਾਂ ਕਿ ਉਹ ਅਰਬੀ ਸਾਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਅਰਬੀ ਗੁੱਸੇ ਨਾਲ ਚੀਕ ਰਿਹਾ ਸੀ। ਇਸ ਤਰ੍ਹਾਂ ਦਰਵਾਜ਼ਾ ਭੰਨ ਰਿਹਾ ਸੀ। ਮੈਨੂੰ ਲੱਗਦਾ ਸੀ ਕਿ ਇਹ ਦਰਵਾਜ਼ਾ ਤੋੜ ਕੇ ਬਾਹਰ ਆ ਜਾਵੇਗਾ। ਐਨੀ ਦੇਰ ਨੂੰ ਪੁਲਿਸ ਆ ਗਈ। ਚੌਕੀਦਾਰ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਹੱਥਕੜੀ ਲਗਾ ਦਿੱਤੀ ਸੀ। ਫਿਰ ਅਰਬੀ ਅਤੇ ਸ਼ਬਨਮ ਨੂੰ ਵੀ ਗ੍ਰਿਫਤਾਰ ਕਰ ਲਿਆ, ਜਦ ਕਿ ਮੈਨੂੰ ਅਤੇ ਪ੍ਰਿਯੰਕਾ ਨੂੰ ਬਿਆਨ ਦੇਣ ਲਈ ਲੈ ਗਏ। ਉੱਥੇ ਜਾ ਕੇ ਪ੍ਰਿਯੰਕਾ ਨੇ ਦੱਸਿਆ ਕਿ ਮੈਂ ਅਤੇ ਅਰਬੀ ਲੜਕਾ ਆਪਸ ਵਿੱਚ ਮੁਹੱਬਤ ਕਰਦੇ ਸੀ। ਇਹ ਮੇਰਾ ਰਿਸ਼ਤਾ ਲੈ ਕੇ ਮੇਰੇ ਘਰੇ ਗਿਆ ਸੀ ਤਾਂ ਮੇਰੇ ਭਰਾ ਨੇ ਮਨਾ ਕਰ ਦਿੱਤਾ। ਫਿਰ ਮੇਰੇ ਭਰਾ ਦਾ ਵਿਆਹ ਹੋ ਗਿਆ ਤੇ ਉਹ ਆਪਣੀ ਪਤਨੀ ਨੂੰ ਲੈ ਕੇ ਘਰ ਆ ਗਿਆ। ਮੇਰਾ ਭਰਾ ਆਪਣੀ ਪਤਨੀ ਨਾਲ ਹੀ ਬਿਜ਼ੀ ਰਹਿੰਦਾ ਸੀ। ਇਸ ਲਈ ਮੈਨੂੰ ਲੱਗਿਆ ਕਿ ਆਪਣੀ ਮੁਹੱਬਤ ਨੂੰ ਪਾਉਣ ਦੇ ਲਈ ਇਸ ਤੋਂ ਵਧੀਆ ਮੌਕਾ ਮੈਨੂੰ ਕਦੋਂ ਮਿਲੇਗਾ। ਇਸ ਲਈ ਮੈਂ ਉਸ ਘਰ ਵਿੱਚੋਂ ਭੱਜ ਗਈ। ਅਰਬੀ ਨੇ ਪਹਿਲਾਂ ਮੈਨੂੰ ਆਪਣੇ ਦੋਸਤ ਦੇ ਘਰ ਰੱਖਿਆ ਸੀ ਤੇ ਕਿਹਾ ਕਿ ਤੈਨੂੰ ਬਿਮਾਰ ਹੋਣ ਦਾ ਨਾਟਕ ਕਰਨਾ ਪਵੇਗਾ, ਕਿਉਂਕਿ ਉਸ ਆਦਮੀ ਨੂੰ ਪਤਾ ਸੀ ਕਿ ਮੈਂ ਉਸ ਦੀ ਭਾਬੀ ਨੂੰ ਹੀ ਨੌਕਰ ਰੱਖਿਆ ਹੈ। ਅਰਬੀ ਨੇ ਮੈਨੂੰ ਨੌਕਰਾਂ ਸਾਹਮਣੇ ਚਿਹਰਾ ਢੱਕਣ ਦਾ ਦਬਾਅ ਪਾਇਆ ਸੀ, ਪਰ ਇਹ ਦੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ ਕਿ ਨੌਕਰ ਦੇ ਰੂਪ ਵਿੱਚ ਮੇਰੀ ਭਾਬੀ ਮੇਰੇ ਸਾਹਮਣੇ ਖੜੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਭਾਬੀ ਨੂੰ ਪਤਾ ਚੱਲੇ ਕਿ ਮੈਂ ਇੱਥੇ ਹਾਂ ਤੇ ਮੈਨੂੰ ਘਰ ਨਾਲ ਲੈ ਜਾਵੇ, ਕਿਉਂਕਿ ਮੈਂ ਤਾਂ ਹੁਣ ਵੀ ਅਰਬੀ ਨੂੰ ਪਿਆਰ ਕਰਦੀ ਸੀ। ਪਰ ਇੱਕ ਦਿਨ ਅਰਬੀ ਜਦੋਂ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਮੈਂ ਸੁਣ ਲਿਆ। ਉਸਨੇ ਤਾਂ ਮੇਰਾ ਅਤੇ ਮੇਰੀ ਭਾਬੀ ਦਾ ਸੌਦਾ ਕਰ ਲਿਆ ਸੀ। ਉਹ ਸਾਨੂੰ ਦੋਨਾਂ ਨੂੰ ਕਿਸੇ ਹੋਰ ਦੇਸ਼ ਭੇਜਣਾ ਚਾਹੁੰਦਾ ਸੀ। ਮੈਂ ਤਾਂ ਇੱਥੇ ਫਸੀ ਹੋਈ ਸੀ, ਇਸ ਲਈ ਭਾਬੀ ਨੂੰ ਉੱਥੋਂ ਭਜਾ ਦੇਣਾ ਚਾਹੁੰਦੀ ਸੀ। ਪੁਲਿਸ ਨੇ ਮੇਰੀ ਸੱਸ ਅਤੇ ਮੇਰੀ ਪਤੀ ਨੂੰ ਵੀ ਥਾਣੇ ਵਿੱਚ ਬੁਲਾ ਲਿਆ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਬੇਟਾ, ਮੈਨੂੰ ਮਾਫ਼ ਕਰ ਦੇ, ਤੈਨੂੰ ਮੇਰੀ ਵਜ੍ਹਾ ਨਾਲ ਘਰੋਂ ਕੱਢ ਦਿੱਤਾ, ਕਿਉਂਕਿ ਜਦੋਂ ਮੇਰੀ ਬੇਟੀ ਭੱਜ ਗਈ ਸੀ ਤਾਂ ਮੈਂ ਤੇਰੇ ਪਤੀ ਨੂੰ ਕਿਹਾ ਸੀ ਕਿ ਤੇਰੀ ਪਤਨੀ ਇਹ ਸਭ ਵਿੱਚ ਮਿਲੀ ਹੋਈ ਹੈ। ਇਸ ਨੇ ਹੀ ਤੇਰੀ ਭੈਣ ਨੂੰ ਘਰ ਤੋਂ ਭਜਾ ਦਿੱਤਾ, ਇਸ ਲਈ ਉਸ ਨੇ ਤੈਨੂੰ ਘਰੋਂ ਕੱਢ ਦਿੱਤਾ। ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਤੂੰ ਮੇਰੀ ਬੇਟੀ ਨੂੰ ਬਚਾਇਆ ਹੈ। ਤੂੰ ਮੈਨੂੰ ਮਾਫ਼ ਕਰ ਦੇ। ਮੇਰੀ ਸੱਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਮਾਫ਼ ਕਰਨਾ ਆਸਾਨ ਨਹੀਂ ਸੀ। ਪੁਲਿਸ ਨੇ ਮੈਨੂੰ ਮੇਰੇ ਦੇਸ਼ ਭੇਜ ਦਿੱਤਾ। ਮੇਰੇ ਮਾਂ-ਬਾਪ ਮੇਰੀ ਇਹ ਹਾਲਤ ਦੇਖ ਕੇ ਬੜੇ ਹੀ ਪਰੇਸ਼ਾਨ ਸੀ। ਮੇਰੇ ਕੋਲ ਉਹਨਾਂ ਨੂੰ ਤਸੱਲੀ ਦੇਣ ਲਈ ਇੱਕ ਸ਼ਬਦ ਵੀ ਨਹੀਂ ਸੀ। ਕਿਸੇ ਹੋਰ ਦੇ ਗੁਨਾਹ ਦੀ ਸਜ਼ਾ ਮੈਨੂੰ ਮਿਲ ਗਈ ਸੀ। ਅੱਗੇ ਮੈਨੂੰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਸੀ। ਹੁਣ ਮੈਨੂੰ ਰੱਬ ਅੱਗੇ ਪ੍ਰਾਰਥਨਾ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਦਿਸਦਾ ਸੀ, ਜਿੰਨਾ ਸਦਕਾ ਮੈਂ ਅੱਜ ਘਰ ਪਹੁੰਚ ਗਈ ਸੀ।